ਹੈਲੋ ਸਟੂਡੈਂਟਸ। ਇਸ ਵੀਡੀਓ ਲੈਕਚਰ ਵਿੱਚ ਆਪਾਂ ਸ਼ੁੱਡ ਵਿਜ਼ਰਡ ਹਿਟ ਮੋਮੀ ਚੈਪਟਰ ਦਾ ਥਰਡ ਅਤੇ ਲਾਸਟ ਪਾਰਟ ਕਰਨ ਜਾ ਰਹੇ ਹਾਂ। ਜਿਨ੍ਹਾਂ ਬੱਚਿਆਂ ਨੇ ਫਸਟ ਅਤੇ ਸੈਕੰਡ ਪਾਰਟ ਨਹੀਂ ਕੀਤੇ ਪਹਿਲਾਂ ਉਹ ਕਰ ਲਓ ਤਾਂ ਕਿ ਲੈਸਨ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਇਸ ਤੋਂ ਪਹਿਲਾਂ ਫਸਟ ਅਤੇ ਸੈਕੰਡ ਪਾਰਟ ਦੇ ਵੀਡੀਓਜ਼ ਮੈਂ ਅਪਲੋਡ ਕੀਤੇ ਹੋਏ ਹਨ ਇਸ ਚੈਨਲ ਉੱਪਰ, ਤੇ ਬਾਕੀ ਸਟੂਡੈਂਟ ਚਲੋ ਆਪਾਂ ਥਰਡ ਪਾਰਟ ਸਟਾਰਟ ਕਰਦੇ ਹਾਂ। ਸਟੋਰੀ ਦੇ ਲਾਸਟ ਸੀਨ ਦੇ ਵਿੱਚ ਆਪਾਂ ਦੇਖਿਆ ਸੀ ਕਿ ਰੋਜਰ ਸਕੰਕ ਦੀ ਮਦਰ ਨੇ ਵਿਜ਼ਰਡ ਦੇ ਸਿਰ ਵਿੱਚ ਅੰਬਰੇਲਾ ਮਾਰ ਦਿੱਤੀ ਸੀ। ਜਦ ਉਹ ਆਪਣੇ ਬੇਟੇ ਨੂੰ ਉਸ ਵਿਜ਼ਰਡ ਦੇ ਕੋਲ ਲੈ ਕੇ ਆਈ, ਆਪਣੇ ਬੇਟੇ ਦੀ ਸਮੈਲ ਨੂੰ ਦੁਬਾਰਾ ਪਹਿਲਾਂ ਵਾਂਗ ਬਣਾਉਣ ਦੇ ਲਈ ਲੈ ਕੇ ਆਈ ਸੀ ਨਾ, ਤਾਂ ਉਸ ਸਕੰਕ ਦੀ ਮਦਰ ਨੇ ਕੀ ਕੀਤਾ ਸੀ, ਵਿਜ਼ਰਡ ਦੇ ਸਿਰ ਵਿੱਚ ਅੰਬਰੇਲਾ ਮਾਰ ਦਿੱਤੀ ਸੀ। ਜਿਵੇਂ ਹੀ ਜੈਕ ਨੇ ਬੇਟੀ ਨੂੰ ਦੱਸਿਆ ਕਿ ਇਸ ਤਰ੍ਹਾਂ ਹੋਇਆ, ਤਾਂ ਉਹ ਇਹ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਤੇ ਆਪਣੇ ਫਾਦਰ ਨੂੰ ਕੀ ਕਹਿੰਦੀ ਹੈ, ਨੋ। ਜੋ ਨੇ ਕੀ ਕਿਹਾ, ਨਹੀਂ। ਐਂਡ ਪੁੱਟ ਹਰ ਹੈਂਡ ਆਊਟ ਟੂ ਟੱਚ ਹਿਜ਼ ਲਿਪਸ, ਅਤੇ ਆਪਣੇ ਹੱਥ ਕੱਢੇ ਅਤੇ ਆਪਣੇ ਫਾਦਰ ਦੇ ਜੈਕ ਦੇ ਬੁੱਲਾਂ ਉੱਪਰ ਰੱਖ ਦਿੱਤੇ, ਕਿਉਂਕਿ ਜੋ ਇਹ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਕਿ ਉਸ ਛੋਟੇ ਸਕੰਕ ਦੀ ਸਮੈਲ ਦੁਬਾਰਾ ਹੁਣ ਚੇਂਜ ਹੋ ਜਾਵੇਗੀ। ਜੈਟ even in her agitation did not quite dare to stop the source of death, ਪਰ ਉਸਦਾ ਜੋ ਇਹ ਵਿਰੋਧ ਸੀ ਉਸਦੇ ਡੈਡੀ ਨੂੰ ਸੱਚ ਕਹਿਣ ਤੋਂ ਨਾ ਰੋਕ ਸਕਿਆ। ਇੰਸਪੀਰੇਸ਼ਨ ਕੇਮ ਟੂ ਹਰ, ਉਸਨੂੰ ਕੀ ਹੈ, ਇੱਕ ਵਿਚਾਰ ਆਇਆ। ਜੋ ਦੇ ਮਨ ਵਿੱਚ ਕੀ ਇੱਕ ਗੱਲ ਆਈ, ਦੈਨ ਦਾ ਵਿਜ਼ਰਡ ਹਿੱਟ ਹਰ, ਫਿਰ ਵਿਜ਼ਰਡ ਨੇ ਉਸਨੂੰ ਹਿੱਟ ਕੀਤਾ ਔਨ ਦਾ ਹੈਡ ਐਂਡ ਡਿਡ ਨਾਟ ਚੇਂਜ ਦਾ ਲਿਟਲ ਸਕੰਕ ਬੈਕ। ਤਾਂ ਜੋ ਕੀ ਚਾਹੁੰਦੀ ਹੈ ਕਿ ਉਸਦੇ ਫਾਦਰ ਜੈਕ ਇਸ ਸਟੋਰੀ ਵਿੱਚ ਅੱਗੇ ਕੀ ਕਹਿਣ ਕਿ ਉਸ ਵਿਜ਼ਰਡ ਨੇ ਸਕੰਕ ਦੀ ਮਦਰ ਨੂੰ ਹਿੱਟ ਕੀਤਾ ਅਤੇ ਛੋਟੇ ਸਕੰਕ ਦੀ ਜੋ ਸਮੈਲ ਸੀ ਉਹ ਚੇਂਜ ਨਹੀਂ ਕੀਤੀ, ਉਸੇ ਤਰ੍ਹਾਂ ਰੋਜ਼ਸ ਵਾਲੀ ਸਮੈਲ ਹੀ ਰਹਿਣ ਦਿੱਤੀ। ਨੋ, ਹੀ ਸੈਡ, ਤਾਂ ਜੈਕ ਉਸਨੂੰ ਕੀ ਕਹਿੰਦਾ ਹੈ, ਨਹੀਂ, ਇਸ ਤਰ੍ਹਾਂ ਨਹੀਂ ਹੋਇਆ। ਦ ਵਿਜ਼ਰਡ ਸੈਡ ਓਕੇ ਐਂਡ ਰੋਜਰ ਸਕੰਕ ਡਿਡ ਨਾਟ ਸਮੈਲ ਆਫ ਰੋਜ਼ਸ ਐਨੀ ਮੋਰ। ਉਸ ਵਿਜ਼ਰਡ ਨੇ ਓਕੇ ਕਹਿ ਦਿੱਤਾ ਸੀ ਅਤੇ ਹੁਣ ਜੋ ਰੋਜਰ ਸਕੰਕ ਸੀ ਉਹ ਹੁਣ ਰੋਜ਼ਸ ਵਰਗੀ ਸਮੈਲ ਨਹੀਂ ਦੇ ਰਿਹਾ ਸੀ। ਹੀ ਸਮੈਲਡ ਵੈਰੀ ਬੈਡ ਅਗੇਨ, ਉਸ ਦੀ ਸਮੈਲ ਫੇਰ ਬਹੁਤ ਬੁਰੀ ਹੋ ਗਈ ਸੀ। ਬਟ ਦਾ ਅਦਰ ਲਿਟਲ ਜੋ ਹੈ ਉਹ ਕੀ ਹੈ, ਉਹ ਵਿਚਾਰੀ ਰੋਣਾ ਜਿਹਾ ਸਟਾਰਟ ਕਰ ਦਿੰਦੀ ਹੈ ਅਤੇ ਕੀ ਕਹਿੰਦੀ ਹੈ, ਪਰ ਪਾਪਾ ਉਹ ਜੋ ਅਦਰ ਐਨੀਮਲ ਸੀ ਉਸਦੇ ਨਾਲ ਹੁਣ ਨਹੀਂ ਖੇਡਣਗੇ। ਜੌਨ, ਇਟਸ ਡੈਡੀ ਸਟੋਰੀ। ਜੋ ਦਾ ਪੂਰਾ ਨਾਮ ਕੀ ਹੈ, ਜੌਨ। ਜਿਸ ਤਰ੍ਹਾਂ ਘਰ ਵਿੱਚ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਕਹਿਣ ਲੱਗ ਜਾਂਦੇ ਆ ਨਾ, ਜਿਵੇਂ ਪੂਰਾ ਨਾਮ ਹੁੰਦਾ ਹੈ, ਪੂਰਾ ਨਾਮ ਅਸੀਂ ਨਹੀਂ ਲੈਂਦੇ ਅਤੇ ਕੋਈ ਛੋਟਾ ਨਾਮ ਲੈਣਾ ਸਟਾਰਟ ਕਰ ਦਿੰਦੇ ਹਾਂ। ਇਸੇ ਤਰ੍ਹਾਂ ਹੀ ਉਸਦਾ ਪੂਰਾ ਨਾਮ ਕੀ ਹੈ, ਜੌਨ ਹੈ, ਅਤੇ ਉਸਨੂੰ ਜੋ ਕਿਹਾ ਗਿਆ ਹੈ। ਇਟ ਇਜ਼ ਡੈਡੀ ਸਟੋਰੀ, ਇਹ ਡੈਡੀ ਦੀ ਸਟੋਰੀ ਹੈ। ਸ਼ੈਲ ਡੈਡੀ ਨਾਟ ਟੈਲ ਯੂ ਐਨੀ ਮੋਰ ਸਟੋਰੀਜ਼, ਕੀ ਡੈਡੀ ਤੁਹਾਨੂੰ ਹੁਣ ਹੋਰ ਸਟੋਰੀ ਨਾ ਸੁਣਾਉਣ। ਹਰ ਬ੍ਰੌਡ ਫੇਸ ਲੁਕਡ ਐਟ ਹਿਮ ਥਰੂ ਸ਼ਿਫਟਡ ਲਾਈਟ ਅਸਟਾਉਂਡ। ਹੁਣ ਕੀ ਹੈ, ਜੋ ਦਾ ਜੋ ਵੱਡਾ ਸਾਰਾ ਚਿਹਰਾ ਹੈ ਉਹ ਕੀ ਹੈ, ਜੋ ਛਣ ਕੇ ਲਾਈਟ ਆ ਰਹੀ ਸੀ, ਰੋਸ਼ਨੀ ਆ ਰਹੀ ਸੀ ਪਰਦਿਆਂ ਦੇ ਵਿੱਚੋਂ ਦੀ, ਉਹਦੇ ਵਿੱਚੋਂ ਦੀ ਉਹ ਕੀ ਹੈ, ਚਮਕ ਰਿਹਾ ਸੀ, ਦਿਖ ਰਿਹਾ ਸੀ ਉਸਦਾ ਚਿਹਰਾ ਚਮਕਦਾ ਹੋਇਆ, ਤੇ ਉਹ ਬਹੁਤ ਹੀ ਜ਼ਿਆਦਾ ਕੀ ਹੈ, ਸ਼ੌਕਡ ਹੋ ਗਈ ਸੀ। ਇੱਕ ਸਦਮਾ ਜਿਹਾ ਲੱਗਿਆ ਉਸਨੂੰ ਇਹ ਗੱਲ ਸੁਣ ਕੇ। ਦਿਸ ਇਜ਼ ਵਾਟ ਹੈਪਨ ਦੈਨ, ਇਹ ਸੀ ਜੋ ਬਾਅਦ ਵਿੱਚ ਹੋਇਆ। ਇਸ ਗੱਲ ਉੱਤੇ ਜੇ ਅਸੀਂ ਥੋੜਾ ਸੋਚੀਏ ਤਾਂ ਜੋ ਇੱਕ ਬੱਚੀ ਹੈ ਤੇ ਰੋਜਰ ਸਕੰਕ ਵੀ ਇੱਕ ਬੱਚਾ ਸੀ। ਇਹ ਦੇਖੋ ਦੋਵੇਂ ਬੱਚੇ ਹੀ ਹਨ। ਇੱਕ ਬੱਚਾ ਦੂਸਰੇ ਬੱਚੇ ਨਾਲ ਬਹੁਤ ਜਲਦੀ ਕਨੈਕਟ ਕਰਦਾ ਹੈ। ਸੋ ਸਟੋਰੀ ਵਿੱਚ ਜੋ ਰੋਜਰ ਸਕੰਕ ਦੀ ਇੱਕ ਜੋ ਫੀਲਿੰਗ ਹੈ ਉਸਨੂੰ ਫੀਲ ਕਰ ਰਹੀ ਹੈ। ਰੋਜਰ ਸਕੰਕ ਦੀ ਹਰ ਇੱਕ ਫੀਲਿੰਗ ਨੂੰ ਜੋ ਕੀ ਹੈ ਫੀਲ ਕਰ ਰਹੀ ਹੈ। ਉਸਨੂੰ ਬਹੁਤ ਬੁਰਾ ਲੱਗਦਾ ਹੈ ਜਦ ਰੋਜਰ ਸਕੰਕ ਰੋਂਦਾ ਹੈ, ਸਭ ਉਸ ਤੋਂ ਦੂਰ ਭੱਜਦੇ ਹਨ। ਰੋਜਰ ਦੀ ਸਮੈਲ ਜੋ ਹੈ ਉਹ ਜੋ ਨੂੰ ਬਹੁਤ ਹੁਣ ਖੁਸ਼ੀ ਮਿਲਦੀ ਹੈ ਕਿ ਉਸਦੀ ਸਮੈਲ ਚੇਂਜ ਹੋ ਗਈ, ਉਹ ਰੋਜ਼ਸ ਦੇ ਵਾਂਗ ਹੁਣ ਸਮੈਲ ਕਰਦਾ ਹੈ। ਹੁਣ ਸੁਸਾਇਟੀ ਵਿੱਚ ਰੋਜਰ ਸਕੰਕ ਤੋਂ ਕੋਈ ਦੂਰ ਨਹੀਂ ਭੱਜੇਗਾ, ਸਾਰੇ ਫਰੈਂਡਸ ਉਸਦੇ ਕੋਲ ਆਉਣਗੇ, ਸਭ ਉਸਨੂੰ ਪਿਆਰ ਕਰਨਗੇ, ਉਸਨੂੰ ਇੱਕ ਅਸੈਪਟੈਂਸ ਮਿਲ ਜਾਵੇਗੀ, ਇੱਕ ਪ੍ਰਵਾਨਗੀ ਮਿਲ ਜਾਵੇਗੀ ਉਸਨੂੰ ਸੁਸਾਇਟੀ ਵਿੱਚ। ਇਸ ਲਈ ਉਹ ਰੋਜਰ ਸਕੰਕ ਦੀ ਮਦਰ ਉੱਤੇ ਗੁੱਸੇ ਵੀ ਹੈ ਕਿ ਉਹ ਸਾਰੀਆਂ ਚੀਜ਼ਾਂ ਰੋਜਰ ਸਕੰਕ ਦੀ ਮਦਰ ਨੇ ਉਸ ਤੋਂ ਖੋਹ ਲਈਆਂ ਹਨ। ਹੁਣ ਫਿਰ ਕੋਈ ਉਸ ਦੀ ਸਮੈਲ ਨੂੰ ਪਸੰਦ ਨਹੀਂ ਕਰੇਗਾ, ਸਾਰੇ ਉਸ ਤੋਂ ਦੂਰ ਭੱਜਣਗੇ ਤੇ ਉਹ ਦੁਬਾਰਾ ਰੋਵੇਗਾ। ਜੋ ਦੇ ਲਈ ਇਹ ਗੱਲ ਬਹੁਤ ਇੰਪੋਰਟੈਂਟ ਸੀ ਕਿ ਸਾਰੇ ਉਸਨੂੰ ਅਸੈਪਟ ਕਰਨ, ਉਸਨੂੰ ਪਿਆਰ ਕਰਨ। ਹੋਰ ਜੋ ਉਹਦੇ ਲਈ ਕੋਈ ਵੀ ਗੱਲ ਇੰਪੋਰਟੈਂਟ ਨਹੀਂ ਸੀ। ਇਸ ਲਈ ਜੋ ਨਹੀਂ ਚਾਹੁੰਦੀ ਸੀ ਕਿ ਰੋਜਰ ਸਕੰਕ ਦੀ ਜੋ ਸਮੈਲ ਹੈ ਦੁਬਾਰਾ ਚੇਂਜ ਹੋਵੇ।
ਉਹ ਕੀ ਆ, ਦੁਬਾਰਾ ਉਸਨੂੰ ਇਸ ਤਰ੍ਹਾਂ ਨਹੀਂ ਚਾਹੁੰਦੀ ਸੀ ਕਿ ਦੁਬਾਰਾ ਸਾਰੇ ਜੋ ਹੋਰ ਐਨੀਮਲਸ ਹਨ ਉਸ ਤੋਂ ਦੂਰ ਭੱਜ ਜਾਣ। ਚਲੋ ਅੱਗੇ ਦੇਖਦੇ ਹਾਂ ਆਪਾਂ ਕੀ ਹੁੰਦਾ ਹੈ। ਰੋਜਰ Roger Skunk and his mommy went home and they heard woo and it was the choo choo train bringing Daddy Skunk home from Boston। ਜਦ ਸਕੰਕ ਅਤੇ ਉਸਦੀ ਮੰਮੀ ਕਿੱਥੇ ਪਹੁੰਚਦੇ ਹਨ, ਘਰ ਪਹੁੰਚਦੇ ਹਨ, ਤਾਂ ਉਹ ਕੀ ਸੁਣਦੇ ਹਨ, ਇੱਕ ਵੂ ਵੂ ਦੀ ਆਵਾਜ਼ ਸੁਣਦੇ ਹਨ, ਜੋ ਕੀ ਹੈ, ਟ੍ਰੇਨ ਆ ਰਹੀ ਹੈ ਉਸਦੇ ਡੈਡੀ ਨੂੰ, ਛੋਟੇ ਸਕੰਕ ਦੇ ਡੈਡੀ ਨੂੰ ਕੀ ਹੈ, ਇਹ ਚੂ ਚੂ ਟ੍ਰੇਨ ਹੈ ਜੋ ਛੋਟੇ ਸਕੰਕ ਦੇ ਡੈਡੀ ਨੂੰ ਬੋਸਟਨ ਤੋਂ ਲੈ ਕੇ ਆ ਰਹੀ ਹੈ। ਐਂਡ ਦੇ ਹੈਡ ਲਾਈਮਾ ਬੀਨਸ, ਸੈਰਲੀ ਲੀਵਰ, ਮਸਟਰਡ ਪੋਟੈਟੋਜ਼ ਐਂਡ ਪੀਓ ਮਾਈ ਫॉर ਡੈਜ਼ਰਟ। ਹੁਣ ਇਹ ਕੀ ਹੈ, ਖਾਣ ਵਾਲੀਆਂ ਚੀਜ਼ਾਂ ਹਨ ਜੋ ਉਸਦੇ ਫਾਦਰ ਲੈ ਕੇ ਆਏ ਹਨ। ਐਂਡ when Roger Skunk was in bed, Mummy Skunk came up and hugged him। ਹੁਣ ਜਦ ਖਾਣਾ ਖਾਣ ਤੋਂ ਬਾਅਦ ਰੋਜਰ ਸਕੰਕ ਕੀ ਹੈ, ਬੈੱਡ ਉੱਪਰ ਸੌਣ ਦੇ ਲਈ ਚਲਾ ਜਾਂਦਾ ਹੈ, ਤਾਂ ਜੋ ਮੰਮੀ ਸੀ, ਉਸਦੀ ਮੰਮੀ ਸਕੰਕ ਸੀ, ਉਸਦੇ ਕੋਲ ਆਉਂਦੀ ਹੈ ਤੇ ਉਸਨੂੰ ਕੀ ਹੈ, ਹਗ ਕਰਦੀ ਹੈ। ਐਂਡ said to smell like her little baby and said he smelled like a little baby। ਅਤੇ ਕੀ ਕਹਿੰਦੀ ਹੈ, ਉਹ ਹੁਣ ਕੀ ਹੈ, ਉਸਦੇ ਛੋਟੇ ਬੇਬੀ ਦੀ ਤਰ੍ਹਾਂ ਸਮੈਲ ਕਰ ਰਿਹਾ ਹੈ, ਜਿਸ ਤਰ੍ਹਾਂ ਦੀ ਸਮੈਲ ਉਸਦੀ ਹੋਣੀ ਚਾਹੀਦੀ ਹੈ, ਹੁਣ ਉਹ ਕੀ ਹੈ, ਉਸ ਤਰ੍ਹਾਂ ਸਮੈਲ ਕਰ ਰਿਹਾ ਹੈ। ਐਂਡ ਸ਼ੀ ਲਵਡ ਹਿਮ ਵੈਰੀ ਮਚ, ਅਤੇ ਉਹ ਕੀ ਫੀਲ ਕਰ ਰਹੀ ਹੈ ਕਿ ਉਹ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ। ਐਂਡ ਦੈਟ ਇਜ਼ ਦਾ ਐਂਡ ਆਫ ਦਾ ਸਟੋਰੀ। ਅਤੇ ਇਹੀ ਹੁਣ ਸਟੋਰੀ ਦਾ ਕੀ ਹੈ, ਐਂਡ ਹੋ ਜਾਂਦਾ ਹੈ ਇੱਥੇ। ਮੈਂ ਪਹਿਲਾਂ ਜੋ ਪਹਿਲੇ ਪਾਰਟ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਸਕੰਕਸ ਦੀ ਆਪਣੀ ਜੋ ਇੱਕ ਬੈਡ ਸਮੈਲ ਹੁੰਦੀ ਹੈ, ਇਹ ਉਸਨੂੰ ਹੋਰ ਜਾਨਵਰਾਂ ਤੋਂ ਬਚਾਉਂਦੀ ਹੈ। ਬਾਕੀ ਜਾਨਵਰਾਂ ਤੋਂ ਉਸਨੂੰ ਕੀ ਹੈ, ਇਹ ਖਤਰਾ ਹੁੰਦਾ ਹੈ ਕਿ ਹੋਰ ਜਾਨਵਰ ਉਸਨੂੰ ਖਾ ਵੀ ਸਕਦੇ ਆ ਜਾਂ ਅਟੈਕ ਕਰ ਸਕਦੇ ਹਨ। ਉਹਨਾਂ ਨੂੰ ਭਜਾਉਣ ਲਈ ਉਹ ਆਪਣੀ ਗੰਦੀ ਸਮੈਲ ਨੂੰ ਛੱਡਦੇ ਹਨ। ਸੋ ਸਕੰਕ ਦੀ ਸਮੈਲ ਇੱਕ ਨੈਚੁਰਲ ਚੀਜ਼ ਹੈ ਜੋ ਕਿ ਉਹਨਾਂ ਦਾ ਇੱਕ ਹਿੱਸਾ ਹੈ। ਬੇਬੀ ਸਕੰਕ ਦੀ ਜੋ ਮਦਰ ਦਾ ਵੀ ਇਹ ਮੰਨਣਾ ਸੀ ਕਿ ਇਹ ਸਾਡੀ ਇਹ ਕੀ ਹੈ, ਨੈਚੁਰਲ ਸਮੈਲ ਹੈ। ਉਸਦੇ ਲਈ ਉਸਦੇ ਬੇਟੇ ਦੀ ਸਮੈਲ ਬਹੁਤ ਸਹੀ ਸੀ। ਉਸਦੇ ਲਈ ਕੀ ਹੈ ਵੀ ਰੋਜ਼ਸ ਦੀ ਜੋ ਸਮੈਲ ਸੀ ਉਹ ਉਸਨੂੰ ਖਰਾਬ ਮੰਨਦੀ ਸੀ, ਕਿਉਂਕਿ ਉਹ ਨੈਚੁਰਲ ਨਹੀਂ ਸੀ, ਉਹ ਕੀ ਹੈ, ਉਸਦੀ ਆਪਣੀ ਸਮੈਲ ਉਹ ਨਹੀਂ ਸੀ। ਬਟ ਡੈਡੀ, ਪਰ ਹੁਣ ਜੋ ਕੀ ਕਹਿੰਦੀ ਹੈ, ਬਟ ਡੈਡੀ, ਜੈਕ ਕੀ ਉਸਨੂੰ ਕਹਿੰਦਾ ਵਟ, ਹੁਣ ਕੀ, ਦੈਨ ਡਿਡ ਦਾ ਅਦਰ ਐਨੀਮਲਸ ਰਨ ਅਵੇ। ਫਿਰ ਇਹ ਜੋ ਪੁੱਛ ਰਹੀ ਹੈ ਡੈਡੀ ਕਿ ਜੋ ਦੂਸਰੇ ਐਨੀਮਲ ਸੀ ਉਹ ਹੁਣ ਦੂਰ ਦੌੜ ਗਏ ਸਨ ਉਸ ਤੋਂ। No, because eventually they got used the way he was and did not mind it at all। ਤਾਂ ਜੈਕ ਉਸਨੂੰ ਕੀ ਆਂਸਰ ਦਿੰਦਾ, ਨਹੀਂ, ਕਿਉਂਕਿ ਹੁਣ ਇਵੈਂਚੁਅਲੀ ਕੀ ਹੁੰਦਾ, ਹੌਲੀ ਹੌਲੀ ਉਹਨਾਂ ਨੇ ਕੀ ਹੈ, ਜੋ ਹੋਰ ਜਾਨਵਰ ਸਨ ਉਹ ਕੀ ਹੈ, ਯੂਜ਼ ਟੂ ਹੋ ਗਏ ਸਨ, ਉਹਨਾਂ ਨੂੰ ਵੀ ਆਦਤ ਪੈ ਗਈ ਸੀ ਇਸ ਦੇ ਨਾਲ ਰਹਿਣ ਦੀ, ਅਤੇ ਹੁਣ ਉਹ ਮਾਈਂਡ ਨਹੀਂ ਕਰਦੇ ਸਨ। ਵਟ ਇਵੈਂਚੁਅਲੀ, ਹੁਣ ਉਹ ਪੁੱਛਦੀ ਹੈ, ਕਿਉਂਕਿ ਉਹ ਸਿਰਫ 4 ਸਾਲ ਦੀ ਬੱਚੀ ਹੈ ਨਾ, ਉਹਨੂੰ ਸਹੀ ਪ੍ਰੋਨਾਂਸੀਏਸ਼ਨ ਨਹੀਂ ਆ ਰਿਹਾ। ਉਹ ਕੀ ਪੁੱਛਦੀ ਹੈ, ਵਟ ਇਜ਼ ਇਵੈਂਚੁਅਲਿਟੀ ਇਨ ਦਾ ਲਿਟਲ ਵਾਈਲ ਦੈਟ ਵਾਜ਼ ਅ ਸਟੂਪਿਡ ਮੋਮੀ। ਫਿਰ ਉਹ ਕੀ ਕਹਿੰਦੀ ਹੈ, ਉਹ ਕੀ ਸੀ, ਇੱਕ ਸਟੂਪਿਡ ਮੋਮੀ ਸੀ, ਇਸ ਤਰ੍ਹਾਂ ਬੋਲਦੀ ਹੈ। ਜਦ ਉਹ ਕਹਿੰਦੀ ਹੈ ਕਿ ਉਹ ਇੱਕ ਸਟੂਪਿਡ ਮੋਮੀ ਸੀ, ਇਸ ਤੇ ਵੀ ਕੀ ਹੈ, ਫਿਰ ਜੈਕ ਇਹ ਗੱਲ ਸੁਣਨ ਲਈ ਤਿਆਰ ਨਹੀਂ ਹੈ ਕਿ ਉਹ ਕੀ ਹੈ ਵੀ ਇਸਨੂੰ ਇੱਕ ਸਟੂਪਿਡ ਮੋਮੀ ਕਹੇ। ਤਾਂ ਜੈਕ ਇਸ ਤੇ ਕੀ ਕਹਿੰਦਾ ਹੈ, ਇਸ ਤੇ ਹੁਣ ਜੈਕ ਦਾ ਰਿਐਕਸ਼ਨ ਅਸੀਂ ਦੇਖਦੇ ਹਾਂ ਕਿ ਉਹ ਜਾਣਨ ਤੋਂ ਪਹਿਲਾਂ ਇਸ ਦੇ ਆਪਾਂ ਥੋੜਾ ਜਿਹਾ ਇਹ ਦੇਖਦੇ ਹਾਂ ਕਿ ਇੱਥੇ ਦੋ ਇੰਪੋਰਟੈਂਟ ਗੱਲਾਂ ਧਿਆਨ ਦਿੰਦੇ ਹਾਂ ਉਹਨਾਂ ਤੇ ਅਸੀਂ। ਇੱਕ ਤਾਂ ਇਹ ਹੈ ਕਿ ਜੰਗਲ ਦੇ ਸਾਰੇ ਜਾਨਵਰਾਂ ਨੇ ਰੋਜਰ ਸਕੰਕ ਨੂੰ ਹੁਣ ਕੀ ਹੈ, ਫਾਈਨਲੀ ਐਕਸੈਪਟ ਕਰ ਲਿਆ ਸੀ, ਕਿਉਂਕਿ ਉਹਨਾਂ ਨੂੰ ਇਹ ਸਮਝ ਆ ਗਿਆ ਸੀ ਕਿ ਜੋ ਚੀਜ਼ ਨੈਚੁਰਲ ਹੁੰਦੀ ਹੈ ਉਹ ਖਰਾਬ ਜਾਂ ਬੇਕਾਰ ਨਹੀਂ ਹੁੰਦੀ, ਉਸਨੂੰ ਸਾਰੇ ਜਾਨਵਰਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ। ਇਹ ਗੱਲ ਦੂਜੇ ਜਾਨਵਰਾਂ ਨੂੰ ਸਮਝ ਲੱਗ ਗਈ ਸੀ ਅਤੇ ਉਹਨਾਂ ਨੇ ਇਹ ਜੋ ਛੋਟਾ ਰੋਜਰ ਸਕੰਕ ਸੀ ਉਸਨੂੰ ਉਹਨਾਂ ਨੇ ਐਕਸੈਪਟ ਕਰ ਲਿਆ ਸੀ, ਕਿਉਂਕਿ ਉਹ ਨੈਚੁਰਲ ਨੇਚਰ ਦਾ ਕੀ ਸੀ, ਇੱਕ ਤਰ੍ਹਾਂ ਦਾ ਪਾਰਟ ਹੀ ਹੈ ਉਹਨਾਂ ਦਾ। ਰੋਜਰ ਸਕੰਕ ਦੀ ਉਸ ਘਟੀਆ ਜਿਹੀ ਸਮੈਲ ਵਿੱਚ ਰੋਜਰ ਸਕੰਕ ਦਾ ਦੋਸ਼ ਨਹੀਂ ਸੀ, ਉਸਦਾ ਆਪਣਾ ਤਾਂ ਕੋਈ ਦੋਸ਼ ਨਹੀਂ ਸੀ ਨਾ। ਉਸਨੂੰ ਨਫ਼ਰਤ ਕਰਨ ਦੀ ਥਾਂ ਉਸਨੂੰ ਆਪਣੇ ਗਰੁੱਪ ਵਿੱਚ ਇੱਕ ਪਾਰਟ ਬਣਾਉਣਾ ਚਾਹੀਦਾ ਹੈ, ਇਹ ਉਹਨਾਂ ਨੇ ਸੋਚ ਲਿਆ ਸੀ, ਤੇ ਰੋਜਰ ਸਕੰਕ ਨੂੰ ਕੀ ਹੈ, ਆਪਣੇ ਗਰੁੱਪ ਦੇ ਵਿੱਚ ਉਹਨਾਂ ਨੇ ਲੈ ਲਿਆ ਸੀ। ਇਸ ਤਰ੍ਹਾਂ ਜੰਗਲ ਦੇ ਬਾਕੀ ਜਾਨਵਰਾਂ ਨੂੰ ਉਸਦੀ ਸਮੈਲ ਦੀ ਹੁਣ ਆਦਤ ਪੈ ਗਈ ਸੀ। ਇਹ ਗੱਲ ਸਾਡੇ ਉੱਤੇ ਵੀ ਚੱਲਦੀ ਹੈ, ਢੁਕਦੀ ਹੈ ਇਹ ਗੱਲ ਸਾਡੇ ਉੱਤੇ ਵੀ।
ਜੋ ਕਿ ਕੀ ਹੈ, ਅਸੀਂ ਵੀ ਕੀ ਹਾਂ, ਇੱਕ ਨੇਚਰ ਦੇ ਹੀ ਹਿੱਸੇ ਆ, ਉਸਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜੋ ਵੀ ਸਾਡੇ ਸਮਾਜ ਵਿੱਚ ਵਿਅਕਤੀ ਹਨ, ਹੋ ਸਕਦਾ ਕਿਸੇ ਦੇ ਵਿੱਚ ਕੋਈ ਕਮੀ ਹੋਵੇ, ਸਾਨੂੰ ਉਸਨੂੰ ਕੀ ਹੈ, ਉਸਦੀਆਂ ਉਹਨਾਂ ਕਮੀਆਂ ਦੇ ਨਾਲ ਹੀ ਸਾਨੂੰ ਕੀ ਹੈ, ਸਵੀਕਾਰ ਕਰਨਾ ਚਾਹੀਦਾ ਹੈ। ਕਿਸੇ ਨੂੰ ਸਾਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ। ਤੇ ਦੂਸਰੀ ਗੱਲ ਇਹ ਹੈ ਕਿ ਜੋ ਨੇ ਉਸ ਮੰਮੀ ਨੂੰ ਸਟੂਪਿਡ ਮੰਮੀ ਕਿਹਾ, ਕਿਉਂ ਕਿਹਾ? ਉਹ ਇਸ ਲਈ ਸੀ ਕਿ ਉਹ ਬਹੁਤ ਗੁੱਸੇ ਵਿੱਚ ਸੀ। ਉਹ ਰੋਜਰ ਸਕੰਕ ਦੀ ਸਮੈਲ ਬਾਰੇ ਸੋਚ ਰਹੀ ਸੀ ਕਿ ਹੁਣ ਉਸਨੂੰ ਉਸਦੇ ਦੋਸਤ ਮਿਲ ਜਾਣਗੇ, ਉਹ ਖੁਸ਼ ਹੋਵੇਗਾ। ਪਰ ਉਸਦੀ ਮੰਮੀ ਨੇ ਕੀ ਕੀਤਾ, ਇਹ ਸਭ ਕੁਝ ਉਸ ਤੋਂ ਖੋਹ ਲਿਆ। ਇਸ ਕਰਕੇ ਗੱਲ ਕਰਕੇ ਕੀ ਹੈ, ਜੋ ਉਹ ਛੋਟੇ ਰੋਜਰ ਸਕੰਕ ਦੀ ਮੰਮੀ ਤੋਂ ਨਾਰਾਜ਼ ਸੀ। ਜੇਕਰ ਅਸੀਂ ਜੋ ਦੇ ਪੁਆਇੰਟ ਆਫ ਵਿਊ ਤੋਂ ਸੋਚੀਏ ਤਾਂ ਇਹ ਸਹੀ ਵੀ ਹੈ। ਜੋ ਸਿਰਫ ਇੱਕ 4 ਸਾਲ ਦੀ ਬੱਚੀ ਹੈ, ਉਹ ਇੰਨੀਆਂ ਡੀਪ ਗੱਲਾਂ ਨਹੀਂ ਸਮਝ ਸਕਦੀ। ਉਹ ਇਹ ਗੱਲ ਵੀ ਨਹੀਂ ਸਮਝ ਰਹੀ ਕਿ ਬੈਡ ਸਮੈਲ ਆਉਣ ਦੇ ਬਾਵਜੂਦ ਵੀ ਜੋ ਨੂੰ ਸਾਰੇ ਐਨੀਮਲਸ ਨੇ ਸਵੀਕਾਰ ਕਰ ਲਿਆ ਸੀ ਹੁਣ। ਪਰ ਜੇਕਰ ਤੁਹਾਨੂੰ ਤੁਹਾਡਾ ਪੁਆਇੰਟ ਆਫ ਵਿਊ ਹੈ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਜੋ ਦੇ ਪੁਆਇੰਟ ਆਫ ਵਿਊ ਤੋਂ ਤੁਸੀਂ ਸੋਚੋ, ਤਾਂ ਉਹ ਵੀ ਠੀਕ ਹੈ, ਇਸ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ। ਕਿਉਂਕਿ ਜੋ ਦਾ ਇੱਕ ਜੋ ਸਟੈਂਡ ਕਰਦੀ ਹੈ, ਉਹ ਉਸਦੇ ਨਜ਼ਰੀਏ ਤੋਂ ਬਿਲਕੁਲ ਸਹੀ ਹੈ। ਕਿਉਂਕਿ ਉਹ ਸਿਰਫ 4 ਸਾਲ ਦੀ ਬੱਚੀ ਹੈ। ਜੋ ਉਹ ਸੋਚ ਰਹੀ ਹੈ ਉਹ ਵੀ ਠੀਕ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਜੋ ਨੇ ਜੋ ਕਿਹਾ ਉਹ ਹੋਣਾ ਚਾਹੀਦਾ ਸੀ, ਤਾਂ ਤੁਸੀਂ ਉਹ ਵੀ ਐਕਸਪਲੇਨ ਕਰ ਸਕਦੇ ਹੋ, ਪੇਪਰ ਦੇ ਵਿੱਚ ਲਿਖ ਸਕਦੇ ਹੋ। ਜੋ ਦੇ ਚਾਹੇ ਆਪਾਂ ਫੇਵਰ ਵਿੱਚ ਲਿਖ ਗਏ ਜਾਂ ਜੋ ਦੇ ਅਗੇਂਸਟ ਹੋਵੇ, ਡਜ਼ ਨਾਟ ਮੈਟਰ। ਬਸ ਤੁਸੀਂ ਚੰਗੀ ਤਰ੍ਹਾਂ ਜਸਟੀਫਾਈ ਕਰਨਾ ਹੈ, ਐਗਜ਼ਾਮ ਦੇ ਵਿੱਚ ਇਹ ਜਸਟੀਫਾਈ ਕਰ ਦੇਣਾ ਹੈ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਜੋ ਸਹੀ ਹੈ, ਜਾਂ ਉਸਦੇ ਪਾਪਾ ਸਹੀ ਹਨ। ਜੇ ਉਸਦੇ ਪਾਪਾ ਤੁਹਾਨੂੰ ਸਹੀ ਲੱਗਦੇ ਹਨ ਤਾਂ ਉਹ ਕਿਉਂ ਸਹੀ ਹਨ, ਤੁਸੀਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਹੈ। ਬਸ ਤੁਸੀਂ ਇਹ ਗੱਲ ਨੂੰ ਕਲੀਅਰ ਕਰਨਾ ਹੈ ਕਿ ਉਹ ਸਹੀ ਹੈ, ਜੋ ਸਹੀ ਹੈ ਤਾਂ ਕਿਉਂ ਸਹੀ ਹੈ, ਤੇ ਜੇਕਰ ਉਸਦੇ ਪਾਪਾ ਸਹੀ ਹਨ ਤਾਂ ਕਿਉਂ ਸਹੀ ਹਨ। ਉਸ ਤੋਂ ਬਾਅਦ ਕੀ ਹੈ, ਦੈਟ ਵਾਜ਼ ਅ ਸਟੂਪਿਡ ਮੰਮੀ। ਤਾਂ ਉਸਨੇ ਕੀ ਕਿਹਾ ਸੀ ਜੋ ਨੇ, ਕਿ ਉਹ ਇੱਕ ਸਟੂਪਿਡ ਮੰਮੀ ਸੀ। ਇਟ ਵਾਜ਼ ਨਾਟ, ਹੀ ਸੈਡ ਵਿਦ ਰੇਅਰ ਐਮਫੈਸਿਸ। ਹੁਣ ਕੀ ਹੈ, ਜੋ ਜੋਨਸ ਹੈ ਉਹ ਕੀ ਕਹਿੰਦਾ ਹੈ, ਜੋ ਦੇ ਪਾਪਾ ਹਨ ਉਹ ਕੀ ਕਹਿੰਦੇ ਹਨ, ਜੈਕ ਕਹਿੰਦੇ ਹਨ ਕਿ ਇਸ ਤਰ੍ਹਾਂ ਨਹੀਂ ਸੀ, ਉਹ ਸਟੂਪਿਡ ਮੰਮੀ ਨਹੀਂ ਸੀ। ਉਹ ਥੋੜਾ ਜਿਹਾ ਇਸ ਗੱਲ ਉੱਤੇ ਕੀ ਹੈ, ਐਮਫੈਸਿਸ ਕੀ ਹੁੰਦਾ, ਥੋੜਾ ਜ਼ੋਰ ਪਾ ਕੇ ਕਹਿੰਦੇ ਹਨ ਕਿ ਉਹ ਸਟੂਪਿਡ ਮੰਮੀ ਨਹੀਂ ਸੀ। ਐਂਡ ਬਲੀਵਡ ਫਰੋਮ ਹਰ ਐਕਸਪੀਰੀਅੰਸ, ਅਤੇ ਉਸਨੂੰ ਕੀ ਹੈ, ਜੈਕ ਨੂੰ ਆਪਣੇ ਐਕਸਪੀਰੀਅੰਸ ਤੋਂ ਹੀ ਇਹ ਵਿਸ਼ਵਾਸ ਸੀ, ਦੈਟ ਸ਼ੀ ਰਿਅਲਾਈਜ਼ਡ ਹੀ ਵਾਜ਼ ਡਿਫੈਂਡਿੰਗ ਹਿਜ਼ ਓਨ ਮਦਰ ਟੂ ਹਰ। ਹੁਣ ਦੇਖੋ, ਐਂਡ ਥੋੜਾ ਜਿਹਾ ਜਦ ਜੈਕ ਹੈ ਜ਼ੋਰ ਪਾ ਕੇ ਇਹ ਗੱਲ ਕਹਿੰਦਾ ਹੈ ਕਿ ਉਹ ਸਟੂਪਿਡ ਮਦਰ ਨਹੀਂ ਸੀ, ਐਂਡ ਬਲੀਵਡ ਫਰੋਮ ਹਰ ਐਕਸਪ੍ਰੈਸ਼ਨ, ਤਾਂ ਜੈਕ ਨੇ ਕੀ ਹੈ, ਆਪਣੀ ਬੇਟੀ ਦੇ ਐਕਸਪ੍ਰੈਸ਼ਨ ਤੋਂ ਇਹ ਦੇਖ ਲਿਆ ਸੀ that she realized he was defending his own mother to her। ਤਾਂ ਬੇਟੀ ਨੇ ਇਹ ਗੱਲ ਸਮਝ ਲਈ ਸੀ ਕਿ ਜੋ ਜੈਕ ਹੈ, ਪਾਪਾ ਹਨ, ਉਹ ਆਪਣੀ ਮਦਰ ਨੂੰ ਇਸ ਗੱਲ ਦੇ ਵਿੱਚ ਡਿਫੈਂਡ ਕਰ ਰਹੇ ਹਨ, ਔਰ ਸਮਥਿੰਗ ਐਜ਼ ਓਲਡ, ਜਾਂ ਬਸ ਇਸੇ ਤਰ੍ਹਾਂ ਦੀ ਹੀ ਕੋਈ ਗੱਲ ਹੈ। ਕਿ ਹੁਣ ਜਿਵੇਂ ਇਹ ਕੀ ਹੈ, ਜੈਕ ਆਪਣੇ ਸਮੇਂ ਦੇ ਵਿੱਚ ਕੀ ਹੈ, ਇੱਕ ਓਬੀਡੀਐਂਟ ਬੱਚਾ ਰਿਹਾ ਸੀ, ਬਹੁਤ ਹੀ ਆਗਿਆਕਾਰੀ ਬੱਚਾ ਰਿਹਾ ਸੀ। ਤੇ ਹੁਣ ਜਦੋਂ ਆਪਣੀਆਂ ਗੱਲਾਂ ਦੇ ਵਿੱਚ ਉਹ ਕੀ ਕਰ ਰਿਹਾ, ਹਰ ਇੱਕ ਗੱਲ ਵਿੱਚ ਉਹ ਕੀ ਕਹਿ ਰਿਹਾ ਕਿ ਉਸਦੀ ਮਦਰ ਹੈ, ਜੋ ਛੋਟੇ ਜੋ ਸਕੰਕ ਸੀ, ਉਸਦੀ ਮਦਰ ਠੀਕ ਸੀ, ਉਹ ਸਟੂਪਿਡ ਨਹੀਂ ਸੀ। ਤਾਂ ਬੇਟੀ ਵੀ ਕੀ ਸਮਝ ਜਾਂਦੀ ਹੈ, ਸ਼ਾਇਦ ਪਾਪਾ ਹਨ ਜੋ ਮੇਰੇ, ਉਹ ਕੀ ਆ, ਆਪਣੀ ਮਦਰ ਨੂੰ ਡਿਫੈਂਡ ਕਰ ਰਹੇ ਹਨ। ਤੇ ਇਸ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਵਾਲੇ ਪਾਠ ਦੇ ਵਿੱਚ ਡਿਸਕਸ ਕੀਤਾ ਸੀ ਨਾ, ਕਿ ਜੈਕ ਨੂੰ ਆਪਣੇ ਬਚਪਨ ਵਿੱਚ ਕੁਝ ਹਿਊਮਿਲੇਸ਼ਨਸ ਫੇਸ ਕਰਨੀਆਂ ਪਈਆਂ ਹੋਣਗੀਆਂ। ਕੁਝ ਬਚਪਨ ਦੇ ਵਿੱਚ ਉਸਨੂੰ ਸ਼ਾਇਦ ਬੱਚਿਆਂ ਦੁਆਰਾ ਪਰੇਸ਼ਾਨ ਕੀਤਾ ਗਿਆ ਹੋਵੇ, ਹਿਊਮਿਲੇਸ਼ਨ ਉਸਨੇ ਮਹਿਸੂਸ ਕੀਤੀਆਂ ਹੋਣ, ਜਿਵੇਂ ਕਿ ਰੋਜਰ ਸਕੰਕ ਨੂੰ ਕਰਨੀਆਂ ਪਈਆਂ। ਤੇ ਉਸ ਟਾਈਮ ਜੈਕ ਦੀ ਜੋ ਮਦਰ ਨੇ ਉਸਦਾ ਬਹੁਤ ਸਾਥ ਦਿੱਤਾ ਸੀ, ਉਸਨੂੰ ਸਮਝਾਇਆ ਸੀ, ਪਿਆਰ ਨਾਲ ਸੰਭਾਲਿਆ ਸੀ। ਸੋ ਜੈਕ ਆਪਣੀ ਮਦਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਉਸਨੇ ਰੋਜਰ ਸਕੰਕ ਵਿੱਚ ਖੁਦ ਆਪਣਾ ਆਪ ਉਸਨੂੰ ਦਿਖਾਈ ਦੇ ਰਿਹਾ ਹੈ, ਤੇ ਰੋਜਰ ਸਕੰਕ ਦੀ ਮਦਰ ਵਿੱਚ ਉਸਨੂੰ ਆਪਣੀ ਮਾਂ ਦਿਖਾਈ ਦੇ ਰਹੀ ਹੈ। ਜਦ ਉਸਦੀ ਬੇਟੀ ਰੋਜਰ ਸਕੰਕ ਦੀ ਮਦਰ ਨੂੰ ਸਟੂਪਿਡ ਕਹਿ ਰਹੀ ਹੈ, ਤਾਂ ਜੈਕ ਨੂੰ ਲੱਗਦਾ ਹੈ ਕਿ ਉਹ ਉਸਦੀ ਮਦਰ ਨੂੰ ਸਟੂਪਿਡ ਕਹਿ ਰਹੀ ਹੈ। ਇਸ ਲਈ ਉਹ ਕਹਿ ਰਿਹਾ ਹੈ ਕਿ ਉਹ ਇੱਕ ਸਟੂਪਿਡ ਮਾਂ ਨਹੀਂ ਸੀ, ਉਹ ਆਪਣੀ ਮਾਂ ਨੂੰ ਯਾਦ ਕਰ ਰਿਹਾ ਤੇ ਆਪਣੇ ਬਚਪਨ ਦੇ ਟਾਈਮ ਨੂੰ ਯਾਦ ਕਰ ਰਿਹਾ ਹੈ। ਸੋ ਅੱਗੇ ਉਹ ਕੀ ਕਹਿੰਦਾ ਹੈ, ਆਪਾਂ ਦੇਖਦੇ ਹਾਂ ਕਿ ਉਹ ਕੀ ਕਹਿੰਦਾ ਹੈ ਕਿ ਉਸਦੀ ਮਦਰ ਹੈ ਕਿ ਸਟੂਪਿਡ ਮਦਰ ਨਹੀਂ ਸੀ। ਨਾਓ ਆਈ ਵਾਂਟ ਯੂ ਟੂ ਪੁੱਟ ਯੂਅਰ ਬਿਗ ਹੈਵੀ ਹੈਡ ਇਨ ਦਾ ਪਿੱਲੋ। ਹੁਣ ਮੈਂ ਕੀ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਬੇਟੀ ਨੂੰ ਕਹਿ ਰਿਹਾ ਹੈ ਕਿ ਜੋ ਬਿਗ ਹੈਵੀ ਜੋ ਤੁਹਾਡਾ ਸਿਰ ਹੈ ਉਹ ਪਿੱਲੋ ਤੇ ਰੱਖੋ, ਐਂਡ ਹੈਵ ਅ ਗੁੱਡ ਲੌਂਗ ਨੈਪ, ਅਤੇ ਇੱਕ ਲੰਮੀ ਝਪਕੀ ਲਓ, ਸੌਂ ਜਾਓ। ਹੀ ਐਡਜਸਟਡ ਦਾ ਸ਼ੇਡਸ
ਸੋ ਨਾਟ ਈਵਨ ਅ ਕ੍ਰੈਕ ਆਫ ਡੇ ਸ਼ੋਡ। ਉਸਨੇ ਕੀ ਹੈ, ਪਰਦਿਆਂ ਨੂੰ ਵੀ ਜੈਕ ਨੇ ਐਡਜਸਟ ਕਰ ਦਿੱਤਾ ਤਾਂ ਕਿ ਜੋ ਦਿਨ ਦੀ ਰੋਸ਼ਨੀ ਹੈ ਬਿਲਕੁਲ ਵੀ ਅੰਦਰ ਨਾ ਆਵੇ। ਐਂਡ ਟਿਪ ਟੋਡ ਟੂ ਦਾ ਡੋਰ, ਅਤੇ ਦਰਵਾਜ਼ੇ ਵੱਲ ਬਿਲਕੁਲ ਸ਼ਾਂਤੀ ਦੇ ਨਾਲ ਉਹ ਚੱਲ ਪੈਂਦਾ ਹੈ। ਇਨ ਦਾ ਪ੍ਰੀਟੈਂਸ ਦੈਟ ਸ਼ੀ ਵਾਜ਼ ਆਲਰੇਡੀ ਸਲੀਪ, ਕਿਸ ਤਰ੍ਹਾਂ ਦਿਖਾਵਾ ਕਰ ਰਿਹਾ ਹੈ ਜੈਕ ਕਿ ਜੋ ਸੌਂ ਗਈ ਹੈ ਹੁਣ। ਬਟ ਵੈਨ ਹੀ ਟਰਨਡ, ਪਰ ਜਿਉਂ ਹੀ ਉਹ ਮੁੜਿਆ, ਸ਼ੀ ਵਾਜ਼ ਕਰੰਚਿੰਗ ਔਨ ਟਾਪ ਆਫ ਦਾ ਕਵਰਸ ਐਂਡ ਸਟੇਰਿੰਗ ਐਟ ਹਿਮ। ਉਹ ਕੀ ਹੈ, ਜੋ ਹੈ ਉਹ ਬਿਲਕੁਲ ਇੱਕਦਮ ਉਛਲ ਕੇ ਉਹ ਬੈਠ ਜਾਂਦੀ ਹੈ ਬੈੱਡ ਉੱਤੇ ਅਤੇ ਉਹ ਆਪਣੇ ਡੈਡੀ ਵੱਲ ਦੇਖ ਰਹੀ ਹੈ। ਕਰੰਚਿੰਗ ਔਨ ਟਾਪ ਆਫ ਦਾ ਕਵਰਸ ਐਂਡ ਸਟੇਰਿੰਗ, ਸਟੇਰਿੰਗ ਕੀ ਹੁੰਦਾ, ਟਿਕਟਕੀ ਲਗਾ ਕੇ ਦੇਖਣਾ, ਆਪਣੇ ਪਿਤਾ ਵੱਲ ਦੇਖ ਰਹੀ ਹੈ ਜਦੋਂ ਜਾ ਰਹੇ ਸੀ। ਹੇ ਗੈਟ ਅੰਡਰ ਦਾ ਕਵਰਸ, ਜੈਕ ਕੀ ਕਹਿ ਰਿਹਾ ਹੈ, ਚਾਦਰ ਦੇ ਹੇਠਾਂ ਚਲੀ ਜਾਓ। ਐਂਡ ਫਾਲ ਫਾਸਟ ਅਸਲੀਪ, ਅਤੇ ਗੂੜੀ ਨੀਂਦ ਸੌਂ ਜਾਓ। ਬੌਬੀ ਸਲੀਪ, ਬੌਬੀ ਸੌਂ ਚੁੱਕਾ ਹੈ। ਇਹ ਕੀ ਸੀ, ਜੋ ਦਾ ਜੋ 2 ਸਾਲ ਦਾ ਭਰਾ ਸੀ, ਬ੍ਰਦਰ ਸੀ ਉਸਦਾ। ਤਾਂ ਜੈਕ ਕੀ ਕਹਿ ਰਿਹਾ ਹੈ, ਬੌਬੀ ਵੀ ਸੌਂ ਗਿਆ ਹੈ ਤੇ ਤੂੰ ਵੀ ਹੁਣ ਸੌਂ ਜਾ। She stood up and bounced gingerly on the springs। ਹੁਣ ਉਹ ਕੀ ਹੈ, ਇੱਕਦਮ ਕੀ ਹੈ, ਉਹ ਉਛਲਦੀ ਹੈ ਅਤੇ gingerly on the springs, ਜੋ ਗੱਦੇ ਦੇ ਉਸਦੇ ਬੈੱਡ ਦੇ ਸਪਰਿੰਗਸ ਹਨ ਉਹਨਾਂ ਦੇ ਉੱਤੇ ਉਹ ਉਛਲਦੀ ਹੈ। ਡੈਡੀ, ਹੁਣ ਉਹ ਫੇਰ ਬੋਲਦੀ ਹੈ, ਆਪਣੇ ਡੈਡੀ ਨੂੰ ਫੇਰ ਬੁਲਾਉਂਦੀ ਹੈ, ਡੈਡੀ ਵਟ। ਜੈਕ ਕੀ ਕਹਿੰਦਾ ਹੈ, ਵਟ, ਹੁਣ ਕੀ। ਟੁਮਾਰੋ ਆਈ ਵਾਂਟ ਯੂ ਟੂ ਟੈਲ ਮੀ ਦਾ ਸਟੋਰੀ that the wizard took that magic wand and hit that mummy। ਮੈਂ ਕੀ ਚਾਹੁੰਦੀ ਹਾਂ ਕਿ ਕੱਲ ਨੂੰ ਤੁਸੀਂ ਮੈਨੂੰ ਦੱਸੋ, ਇਹ ਗੱਲ ਮੈਨੂੰ ਕਹੋ ਕਿ ਜੋ ਵਿਜ਼ਰਡ ਸੀ ਉਸਨੇ ਮੈਜਿਕ ਵੈਂਡ ਲਈ ਅਤੇ ਉਸ ਹਿਟ ਦੈਟ ਮਮੀ, ਅਤੇ ਮਮੀ ਨੂੰ ਮਾਰਿਆ। ਹਰ ਪਲੰਪ ਆਰਮਸ ਚੌਪਡ ਫੋਰਸਫੁਲੀ ਰਾਈਟ ਓਵਰ ਦਾ ਹੈਡ। ਉਹ ਕੀ ਆ, ਆਪਣੀਆਂ ਗੋਲ ਮਟੋਲ ਬਾਹਾਂ ਦੇ ਨਾਲ ਕੀ ਹੈ, ਉਸ ਤਰ੍ਹਾਂ ਪੂਰੀ ਐਕਟਿੰਗ ਕਰਕੇ ਦੱਸ ਰਹੀ ਸੀ ਕਿ ਇਸ ਤਰ੍ਹਾਂ ਵਿਜ਼ਰਡ ਨੇ ਮੰਮੀ ਨੂੰ ਮਾਰਿਆ। ਨੋ ਦੈਟਸ ਨਾਟ ਦਾ ਸਟੋਰੀ। ਜੈਕ ਕੀ ਕਹਿ ਰਿਹਾ, ਨਹੀਂ ਇਹ ਇੱਕ ਸਟੋਰੀ ਨਹੀਂ ਹੈ। The point is that the little skunk loved his mummy more than he loved all the other little animals। ਜੈਕ ਉਸਨੂੰ ਕੀ ਸਮਝਾ ਰਿਹਾ ਹੈ ਕਿ ਜੋ ਛੋਟਾ ਸਕੰਕ ਸੀ ਉਹ ਆਪਣੀ ਮਦਰ ਨੂੰ ਜ਼ਿਆਦਾ ਪਿਆਰ ਕਰਦਾ ਸੀ, ਨਾ ਕਿ ਹੋਰ ਦੂਸਰੇ ਜਾਨਵਰਾਂ ਨੂੰ। ਐਂਡ ਸ਼ੀ ਨਿਊ ਵਟ ਵਾਜ਼ ਰਾਈਟ, ਅਤੇ ਜੋ ਮਦਰ ਸੀ ਉਹ ਜਾਣਦੀ ਸੀ ਕਿ ਠੀਕ ਗੱਲ ਕੀ ਹੈ, ਉਸਦੇ ਲਈ ਕੀ ਠੀਕ ਹੈ। ਨੋ ਦੈਟਸ ਨਾਟ ਸਟੋਰੀ, ਨਹੀਂ ਇਹ ਸਟੋਰੀ ਨਹੀਂ ਹੈ। The point is that the little ਸੌਰੀ ਇਹ ਆਪਾਂ ਪੜ੍ਹ ਲਿਆ ਹੈ। No tomorrow you say he hit that mummy, ਨਹੀਂ ਤੁਸੀਂ ਕੱਲ ਨੂੰ ਕਹੋਗੇ ਕਿ ਉਸਨੇ ਮੰਮੀ ਨੂੰ ਮਾਰਿਆ। Do it, ਇਸ ਤਰ੍ਹਾਂ ਹੀ ਕਰੋ, ਤੁਸੀਂ ਕਹੋ ਇਹ ਗੱਲ। She kicked her legs up and sat down on the bed। ਉਹ ਆਪਣੀਆਂ ਲੱਤਾਂ ਨੂੰ ਕਿੱਕ ਕਰਦੀ ਹੈ ਅਤੇ ਬੈੱਡ ਦੇ ਉੱਪਰ ਬੈਠ ਜਾਂਦੀ ਹੈ। With the great heave and complaint of springs। ਹੁਣ ਉਹ ਕੀ ਹੈ, ਸਪਰਿੰਗਸ ਦੀ ਕੰਪਲੇਂਟ ਕਰ ਰਹੀ ਹੈ, ਜਿਸ ਤਰ੍ਹਾਂ ਉਹ ਆਮ ਤੌਰ ਤੇ ਪਹਿਲਾਂ ਕਰਿਆ ਕਰਦੀ ਸੀ ਨਾ, ਕਿ ਗੱਦੇ ਦੇ ਉੱਪਰ ਉਛਲਣਾ ਸਟਾਰਟ ਕਰ ਦਿੰਦੀ ਸੀ। ਸਪਰਿੰਗਸ ਦੀ, ਜੋ ਗੱਦੇ ਦੇ ਵਿੱਚ ਸਪਰਿੰਗਸ ਹਨ ਬੈੱਡ ਦੇ ਵਿੱਚ, ਉਸ ਦੀ ਕੰਪਲੇਂਟ ਕਰਿਆ ਕਰਦੀ ਸੀ। ਐਜ਼ ਸ਼ੀ ਹੈਡ ਡਨ ਹੰਡਰਡਸ ਆਫ ਟਾਈਮ, ਜਿਵੇਂ ਕੀ ਹੈ ਉਸਨੇ ਪਹਿਲਾਂ ਕਈ ਵਾਰ ਕੀਤਾ ਸੀ। ਐਕਸੈਪਟ ਦੈਟ ਦਿਸ ਟਾਈਮ ਸ਼ੀ ਡਿਡ ਨਾਟ ਲਾਫ, ਪਰ ਇਸ ਵਾਰ ਕੀ ਹੋਇਆ, ਉਹ ਹੱਸੀ ਨਹੀਂ ਸੀ। ਪਹਿਲਾਂ ਉਹ ਕੀ ਹੈ, ਇਸ ਤਰ੍ਹਾਂ ਗੱਦੇ ਦੇ ਵਿੱਚ ਜੋ ਸਪਰਿੰਗਸ ਹਨ ਬੈੱਡ ਦੇ ਉੱਪਰ ਉਹਨਾਂ ਦੀ ਕੰਪਲੇਂਟ ਕਰਿਆ ਕਰਦੀ ਸੀ ਅਤੇ ਹੱਸਣਾ ਸਟਾਰਟ ਕਰ ਦਿੰਦੀ ਸੀ, ਪਰ ਇਸ ਵਾਰ ਕੀ ਹੈ, ਉਹ ਹੱਸੀ ਨਹੀਂ ਸੀ। ਸੇ ਇਟ ਡੈਡੀ, ਡੈਡੀ ਤੁਸੀਂ ਇਸੇ ਤਰ੍ਹਾਂ ਹੀ ਕਹੋ। ਵੈਲ ਵੀ ਵਿਲ ਸੀ, ਚਲੋ ਠੀਕ ਹੈ ਅਸੀਂ ਦੇਖਾਂਗੇ। ਨਾਟ ਐਟ ਲੀਸਟ ਹੈਵ ਅ ਰੈਸਟ, ਨਾਟ ਐਟ ਲੀਸਟ ਹੈਵ ਅ ਰੈਸਟ, ਚਲੋ ਹੁਣ ਤੁਸੀਂ ਘੱਟੋ ਘੱਟ ਰੈਸਟ ਤਾਂ ਕਰ ਲਓ, ਅੱਜ ਤਾਂ ਰੈਸਟ ਕਰ ਲਓ। ਸਟੇ ਔਨ ਦਾ ਬੈਡ ਯੂ ਆਰ ਅ ਗੁੱਡ ਗਰਲ। ਤਾਂ ਜੈਕ ਉਸਨੂੰ ਕੀ ਕਹਿੰਦੇ ਹਨ ਕਿ ਆਪਣੇ ਬੈੱਡ ਉੱਪਰ ਰਹੋ, ਤੁਸੀਂ ਬਹੁਤ ਹੀ ਇੱਕ ਚੰਗੀ ਲੜਕੀ ਹੋ। ਯੂ ਆਰ ਅ ਗੁੱਡ ਗਰਲ। ਹੀ ਕਲੋਜ਼ਸ ਦਾ ਡੋਰ ਐਂਡ ਵੈਂਟ ਡਾਊਨ ਸਟੇਅਰ। ਹੁਣ ਜੈਕ ਕੀ ਕਰਦਾ ਹੈ, ਦਰਵਾਜ਼ੇ ਨੂੰ ਬੰਦ ਕਰ ਦਿੰਦਾ ਹੈ ਅਤੇ ਪੌੜੀਆਂ ਤੋਂ ਹੇਠਾਂ ਉਤਰਦਾ ਹੈ। ਕਲੇਅਰ ਹੈਡ ਸਪਰੈਡ ਦਾ ਨਿਊਜ਼ਪੇਪਰ ਐਂਡ ਓਪਨ ਦਾ ਪੇਂਟ ਕੈਨ ਐਂਡ ਵੀਰਿੰਗ ਐਨ ਓਲਡ ਸ਼ਰਟ। ਹੁਣ ਜੋ ਕਲੇਅਰ ਹੈ ਉਸਦੀ ਵਾਈਫ ਹੈ, ਜੋ ਦੀ ਜੋ ਮਦਰ ਹੈ, ਉਸਨੇ ਕੀ ਹੈ, ਹੇਠਾਂ ਅਖਬਾਰ ਵਿਛਾਏ ਹੋਏ ਹਨ। ਐਂਡ ਓਪਨ ਦਾ ਪੇਂਟ ਕੈਨ, ਤੇ ਇੱਕ ਪੇਂਟ ਵਾਲਾ ਕੇਨ ਉਸਨੇ ਖੋਲਿਆ ਹੋਇਆ ਹੈ। ਐਂਡ ਵੀਰਿੰਗ ਐਨ ਓਲਡ ਸ਼ਰਟ ਆਫ ਹਿਜ਼, ਅਤੇ ਜੈਕ ਦੀ ਉਸਨੇ ਕੀ ਹੈ, ਪੁਰਾਣੀ ਇੱਕ ਸ਼ਰਟ ਪਹਿਨੀ ਹੋਈ ਹੈ। ਔਨ ਟੌਪ ਆਫ ਹਰ ਮੈਟਰਨਿਟੀ ਸਮੋਕ, ਉਸਨੇ ਕੀ ਹੈ, ਆਪਣੇ ਜੋ ਇੱਕ ਲੇਡੀ ਜਦ ਪ੍ਰੈਗਨੈਂਟ ਹੁੰਦੀ ਹੈ ਤਾਂ ਉਸਦੇ ਜੋ ਇੱਕ ਕੱਪੜਾ ਪਾਇਆ ਹੁੰਦਾ ਹੈ, ਇੱਕ ਡਰੈਸ ਪਾਈ ਹੁੰਦੀ ਹੈ ਇੱਕ ਖੁੱਲੀ ਜੀ, ਉਸਨੂੰ ਕੀ ਕਹਿੰਦੇ ਹਨ, ਮੈਟਰਨਿਟੀ ਸਮੋਕ ਉਸਨੂੰ ਕਹਿੰਦੇ ਹਨ।
ਤਾਂ ਕਲੇਅਰ ਨੇ ਵੀ ਇਹ ਆਪਣੇ ਮੈਟਰਨਿਟੀ ਸਮੋਕ ਦੇ ਉੱਪਰ ਇੱਕ ਜੈਕ ਦੀ ਇੱਕ ਸ਼ਰਟ ਪਹਿਨੀ ਹੋਈ ਹੈ ਤਾਂ ਕਿ ਉਸਦਾ ਜੋ ਮੈਟਰਨਿਟੀ ਸਮੋਕ ਹੈ ਉਹ ਕੀ ਹੈ, ਖਰਾਬ ਨਾ ਹੋ ਜਾਵੇ। was stroking the chair rail with the dipped brush। ਉਹ ਕੀ ਕਰ ਰਹੀ ਹੈ, ਕਲਰ ਕਰ ਰਹੀ ਹੈ ਚੇਅਰ ਦੀ ਰੇਲ ਨੂੰ। ਇਹ ਕੀ ਹੈ, ਜੋ ਫਰਨੀਚਰ ਦਾ ਇਹ ਪਾਰਟ ਹੈ, ਜੋ ਚੇਅਰ ਦੇ ਕੀ ਹੁੰਦੇ ਆ, ਲੱਕੜ ਲੱਗੀ ਹੁੰਦੀ ਹੈ ਬਾਹਰ, ਉਸਨੂੰ ਕੀ ਹੈ ਉਹ ਇੱਕ ਰੰਗ ਨਾਲ ਡਿਪ ਕੀਤੇ ਹੋਏ ਬ੍ਰਸ਼ ਦੇ ਨਾਲ ਉਹ ਕੀ ਹੈ, ਕਲਰ ਕਰ ਰਹੀ ਹੈ। above him footsteps vibrated and he called, John, shall I come up and there and spank you। ਹੁਣ ਜਦ ਜੈਕ ਥੱਲੇ ਆ ਰਿਹਾ ਸੀ ਨਾ ਪੌੜੀਆਂ ਤੋਂ, ਤਾਂ ਉਸਨੂੰ ਕੀ ਹੈ, ਉੱਪਰੋਂ ਕੁਝ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਜੋ ਸੀ ਉਹ ਕੀ ਹੈ, ਸ਼ਾਇਦ ਉਸਦੇ ਪਿੱਛੇ ਹੀ ਆ ਰਹੀ ਸੀ। ਤਾਂ ਜੈਕ ਉਸਨੂੰ ਕੀ ਕਹਿੰਦਾ ਹੈ, ਜੌਨ ਸ਼ੈਲ ਆਈ ਕਮ ਅਪ ਦੇਅਰ ਐਂਡ ਸਪੈਂਕ ਯੂ, ਕਿ ਮੈਂ ਉੱਪਰ ਆਵਾਂ ਅਤੇ ਤੈਨੂੰ ਮਾਰਾਂ। ਦਾ ਫੁੱਟਸਟੈਪਸ ਹੈਜ਼ੀਟੇਟਡ। ਤਾਂ ਇਹ ਗੱਲ ਸੁਣ ਕੇ ਜੋ ਕੀ ਹੈ ਉੱਥੇ ਹੀ ਰੁਕ ਜਾਂਦੀ ਹੈ। ਹੈਜ਼ੀਟੇਟਡ ਕੀ ਹੈ, ਸਟਾਪਡ। ਉਹ ਕੀ ਆਪਣੇ ਫੁੱਟਸਟੈਪਸ ਨੂੰ ਰੋਕ ਲੈਂਦੀ ਹੈ, ਪਿੱਛੇ ਨਹੀਂ ਆਉਂਦੀ। ਦੈਟ ਵਾਜ਼ ਅ ਲੌਂਗ ਸਟੋਰੀ, ਕਲੀਅਰ ਸੈਡ। ਹੁਣ ਕਲੀਅਰ ਕੀ ਹੈ, ਉਸਦੀ ਵਾਈਫ ਹੈ ਜੋ ਜੈਕ ਦੀ, ਉਸਨੂੰ ਇੱਕ ਤਾਨਾ ਜਿਹਾ ਮਾਰਦੇ ਹੋਏ ਕੀ ਕਹਿੰਦੀ ਹੈ ਕਿ ਕਾਫੀ ਲੰਮੀ ਸਟੋਰੀ ਹੋ ਗਈ ਹੈ। ਦਾ ਪੂਅਰ ਕਿਡ, ਹੁਣ ਜੈਕ ਕੀ ਉਸਨੂੰ ਕਹਿ ਰਿਹਾ ਹੈ। ਹੁਣ ਇੱਥੇ ਵੇਖੋ, ਤੁਹਾਡੇ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਜੋ ਕਲੀਅਰ ਹੈ ਉਹ ਪ੍ਰੈਗਨੈਂਟ ਸੀ ਅਤੇ ਕੰਮ ਕਰ ਰਹੀ ਸੀ ਤੇ ਆਪਣੇ ਪਤੀ ਨੂੰ ਇੱਕ ਤਾਨਾ ਜਿਹਾ ਮਾਰਦੀ ਹੈ, ਕਿਉਂਕਿ ਉਸਦੇ ਪਤੀ ਨੇ ਕੀ ਹੈ, ਜੈਕ ਨੇ ਕੀ ਹੈ, ਉਸਦੀ ਹੈਲਪ ਨਹੀਂ ਕੀਤੀ ਹੇਠਾਂ ਆ ਕੇ। ਤਾਂ ਉਸਨੂੰ ਕੀ ਕਹਿੰਦੀ ਹੈ, ਕਾਫੀ ਲੰਮੀ ਸਟੋਰੀ ਹੋ ਗਈ, ਕਿਉਂਕਿ ਕਾਫੀ ਟਾਈਮ ਲਗਾ ਕੇ ਆਇਆ ਸੀ ਜੈਕ ਆਪਣੀ ਬੇਟੀ ਦੇ ਕੋਲ। ਦਾ ਪੂਅਰ ਕਿਡ ਹੀ ਆਂਸਰਡ। ਤਾਂ ਜੈਕ ਕੀ ਆਂਸਰ ਦਿੰਦਾ ਹੈ, ਵਿਚਾਰੀ ਬੱਚੀ। ਐਂਡ ਵਿਦ ਅਟਰ ਵੈਰੀਨੈਸ ਵਾਚਡ ਹਿਜ਼ ਵਾਈਫ ਲੇਬਰ। ਅਤੇ ਬਹੁਤ ਹੀ ਜ਼ਿਆਦਾ ਥਕਾਵਟ ਦੇ ਵਿੱਚ, ਕਿਉਂਕਿ ਉਹ ਸਟੋਰੀ ਸੁਣਾ ਕੇ ਕਾਫੀ ਥੱਕ ਚੁੱਕਾ ਹੈ ਅਤੇ ਬਹੁਤ ਹੀ ਜ਼ਿਆਦਾ ਥੱਕਿਆ ਹੋਇਆ ਹੈ, ਤੇ ਆਪਣੀ ਪਤਨੀ ਨੂੰ ਮਿਹਨਤ ਕਰਦੇ ਹੋਏ ਦੇਖਦਾ ਹੈ, ਕਿਉਂਕਿ ਉਹ ਰੰਗ ਕਰ ਰਹੀ ਸੀ ਕਲੀਅਰ। The woodwork, a case of moldings and rails and baseboards all round them। ਇਹ ਸਾਰਾ ਜੋ ਉੱਥੇ ਲੱਕੜੀ ਦਾ ਕੋਈ ਮਟੀਰੀਅਲ ਸੀ, ਫਰਨੀਚਰ ਵਗੈਰਾ ਜੋ ਵੀ ਸੀ ਮਕਾਨ ਦੇ ਵਿੱਚ ਉਹਨਾਂ ਦੇ, ਉਸ ਦੀ ਗੱਲ ਹੋ ਰਹੀ ਹੈ, ਇਸਨੂੰ ਆਪਾਂ ਡਿਟੇਲ ਵਿੱਚ ਨਹੀਂ ਕਰਾਂਗੇ। was half old tan and half new ivory। ਉਹ ਕਿਸ ਤਰ੍ਹਾਂ ਦਾ ਸੀ, ਅੱਧਾ ਫਰਨੀਚਰ ਜਿਵੇਂ ਅੱਧੀ ਲੱਕੜ ਉੱਤੇ ਕਲੀਅਰ ਨੇ ਰੰਗ ਕਰ ਦਿੱਤਾ ਸੀ, ਅੱਧਾ ਤਾਂ ਉਹ ਕੀ ਸੀ, ਹਾਫ ਓਲਡ ਟੈਨ, ਪੁਰਾਣਾ ਜੋ ਟੈਨ ਕਲਰ ਹੋਇਆ ਸੀ, ਅੱਧਾ ਉਸ ਤਰ੍ਹਾਂ ਦਾ ਸੀ। ਐਂਡ ਹਾਫ ਨਿਊ ਆਈਵਰੀ, ਅਤੇ ਅੱਧਾ ਕੀ ਹੈ, ਨਵਾਂ ਜੋ ਆਈਵਰੀ ਕਲਰ ਕੀਤਾ ਸੀ, ਇਸ ਤਰ੍ਹਾਂ ਦਾ ਸੀ। ਐਂਡ ਹੀ ਫੈਲਟ ਕੌਟ ਇਨ ਐਨ ਅਗਲੀ ਮਿਡਲ ਪੋਜੀਸ਼ਨ। ਅਤੇ ਜੈਕ ਕੀ ਹੈ, ਆਪਣੇ ਆਪ ਨੂੰ ਇਸ ਅਗਲੀ ਮਿਡਲ ਪੋਜੀਸ਼ਨ ਦੇ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ। ਐਂਡ ਦੋ ਹੀ ਐਜ਼, ਹੁਣ ਇਹ ਵੇਖੋ ਇੱਥੇ ਜੋ ਕੀ ਲਿਖਿਆ ਹੋਇਆ ਹੈ, ਹਾਫ ਓਲਡ ਟੈਨ ਐਂਡ ਹਾਫ ਨਿਊ ਆਈਵਰੀ। ਅੱਧਾ, ਜੇਕਰ ਤੁਹਾਨੂੰ ਸਿਰਫ ਇਸ ਤੇ ਇੱਕ ਸ਼ਬਦੀ ਅਰਥਾਂ ਦੀ ਆਪਾਂ ਗੱਲ ਕਰੀਏ ਤਾਂ ਇਹੀ ਹੈ ਕਿ ਅੱਧਾ ਓਲਡ ਪੁਰਾਣਾ ਜੋ ਰੰਗ ਸੀ, ਪੁਰਾਣਾ ਹਾਲੇ ਕੀਤਾ, ਅੱਧਾ ਨਵਾਂ ਕਰ ਦਿੱਤਾ ਸੀ ਜੋ ਆਈਵਰੀ ਕਲਰ ਸੀ, ਤੇ ਅੱਧਾ ਕੀ ਆ, ਉਹ ਪੁਰਾਣਾ ਹੀ ਸੀ। ਇਹ ਤਾਂ ਇਸਦੇ ਕੀ ਹਨ, ਇੱਕ ਸ਼ਬਦੀ ਅਰਥ ਹਨ। ਪਰ ਜੇਕਰ ਆਪਾਂ ਥੋੜਾ ਜਿਹਾ ਇਸ ਦੇ ਵਿੱਚ ਡੂੰਘਾਈ ਵੱਲ ਜਾਈਏ ਤਾਂ ਜੈਕ ਦੇ ਜੋ ਮਾਈਂਡ ਵਿੱਚ ਪੁਰਾਣੇ ਫੈਮਿਲੀ ਸਟਰਕਚਰ ਸੀ, ਉਸ ਦੀ ਗੱਲ ਵੀ ਹੋ ਰਹੀ ਹੈ ਕਿ ਜੈਕ ਕੀ ਇੱਕ ਉਲਝਣ ਦੇ ਵਿੱਚ ਸੀ ਇੱਥੇ। ਜੋ ਵੀ ਉਸਦੇ ਫੈਮਿਲੀ ਜੋ ਸੋਚਦਾ ਸੀ ਪਹਿਲਾਂ ਵੀ ਫੈਮਿਲੀ ਵਿੱਚ ਕੀ ਹੈ, ਵੀ ਮੇਲ ਦੀ ਹੀ ਕੀ ਚੱਲਣੀ ਚਾਹੀਦੀ ਹੈ, ਤੇ ਉਸ ਵਿੱਚ ਹੁਣ ਚੇਂਜਸ ਆ ਰਹੇ ਸੀ। ਉਸਦੀ ਬੇਟੀ ਉਸਦੀ ਗੱਲ ਨਹੀਂ ਮੰਨ ਰਹੀ ਸੀ, ਤੇ ਪਤਨੀ ਵੀ ਉਸਦੀ ਨਵੀਂ ਸੋਚਦੀ ਸੀ, ਉਹ ਵੀ ਇੰਡੀਪੈਂਡੈਂਟ ਥੋਟ ਦੀ ਸੀ। ਤੇ ਜੈਕ ਨੂੰ ਇਹ ਪਸੰਦ ਨਹੀਂ ਸੀ ਕਿ ਉਸਦੀ ਬੇਟੀ ਉਸਦੇ ਸਾਹਮਣੇ ਕੀ ਹੈ, ਆਪਣਾ ਪੁਆਇੰਟ ਆਫ ਵਿਊ ਰੱਖੇ। ਤਾਂ ਇੱਥੇ ਇਹ ਦੂਸਰਾ ਮੀਨਿੰਗ ਵੀ ਆਪਾਂ ਇਸ ਗੱਲ ਦਾ ਕੱਢ ਸਕਦੇ ਹਾਂ ਕਿ ਜੋ ਕੀ ਸੀ, ਹਾਫ ਓਲਡ ਟੈਨ ਐਂਡ ਹਾਫ ਨਿਊ ਆਈਵਰੀ, ਕਿ ਅੱਧਾ ਪੁਰਾਣੇ ਵਿਚਾਰ ਸਨ ਇੱਥੇ ਤੇ ਅੱਧੇ ਕੀ ਸੀ, ਨਵੇਂ ਸਨ। ਤਾਂ ਆਪਣੇ ਆਪ ਨੂੰ ਕੀ ਹੈ, ਇੱਕ ਉਸ ਸਿਚੁਏਸ਼ਨ ਦੇ ਵਿੱਚ ਫਸਿਆ ਜਿਹਾ ਜੈਕ ਮਹਿਸੂਸ ਕਰ ਰਿਹਾ ਹੈ। ਤੇ ਇਸ ਤੋਂ ਅੱਗੇ ਆਪਾਂ ਨੈਕਸਟ ਪੜ੍ਹਦੇ ਹਾਂ ਤੇ ਇਸ ਦਾ ਮੀਨਿੰਗ ਵੀ ਤੁਹਾਨੂੰ ਮੈਂ ਦੱਸਦਾ ਹਾਂ। ਕੈਟ ਇਨ ਐਨ ਅਗਲੀ ਮਿਡਲ ਪੋਜੀਸ਼ਨ, ਅਤੇ ਇੱਕ ਮਿਡਲ ਪੋਜੀਸ਼ਨ ਦੇ ਵਿੱਚ ਉਹ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ ਆਪਣੇ ਆਪ ਨੂੰ। ਐਂਡ ਥੋਟ ਐਂਡ ਦੋ ਹੀ ਐਜ਼ ਵੈਲ ਫੈਲਟ ਹਿਜ਼ ਵਾਈਫਸ ਪ੍ਰੈਜ਼ੈਂਸ ਇਨ ਦਾ ਕੇਜ ਵਿਦ ਹਿਮ। ਅਤੇ ਉਹ ਕੀ ਮਹਿਸੂਸ ਕਰ ਰਿਹਾ ਹੈ, ਆਪਣੀ ਵਾਈਫ ਨੂੰ ਵੀ ਉੱਥੇ ਹੀ ਆਪਣੇ ਨਾਲ ਹੀ ਉਸ ਕੇਜ ਦੇ ਵਿੱਚ ਉਸਨੂੰ ਵੀ ਇੱਕ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ। ਹੀ ਡਿਡ ਨਾਟ ਵਾਂਟ ਟੂ ਸਪੀਕ ਵਿਦ ਹਰ,
ਵਰਕ ਵਿਦ ਹਰ, ਹੁਣ ਕੀ ਹੈ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਵਰਕ ਵਿਦ ਹਰ ਨਾ ਹੀ ਉਸ ਦੇ ਨਾਲ ਕੋਈ ਕੰਮ ਕਰਨਾ ਚਾਹੁੰਦਾ ਹੈ, ਟੱਚ ਹਰ ਉਸ ਨੂੰ ਛੂਹਣਾ ਨਹੀਂ ਚਾਹੁੰਦਾ, ਤੇ ਉਹ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਉੱਥੇ ਉਹ ਨਹੀਂ ਚਾਹੁੰਦਾ। ਹੁਣ ਆਪਾਂ ਜੇਕਰ ਅਗਲੀ ਮਿਡਲ ਪੋਜੀਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਕੀ ਹੈ, ਜੈਕ ਦੀ ਸੋਚ ਹੁਣ ਕੀ ਹੈ, ਉਹ ਪੁਰਾਣੀ ਸੀ ਤੇ ਉਹ ਸੋਚਦਾ ਸੀ ਕਿ ਮੰਮੀ ਕਦੇ ਵੀ ਗਲਤ ਨਹੀਂ ਹੋ ਸਕਦੀ। ਹੁਣ ਆਪਣੀ ਉਹ ਗੱਲ ਕਹਿ ਰਿਹਾ, ਉਹ ਕੀ ਸੋਚ ਰਿਹਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਆਪਣੇ ਆਪ ਨੂੰ ਕੀ ਹੈ, ਉਹ ਚਾਹੁੰਦਾ ਹੈ ਕਿ ਮੰਮੀ ਹਮੇਸ਼ਾ ਹੀ ਠੀਕ ਹੁੰਦੀ ਹੈ, ਕਿਉਂਕਿ ਉਹ ਬਹੁਤ ਓਬੀਡੀਐਂਟ ਚਾਈਲਡ ਰਿਹਾ ਸੀ ਤੇ ਆਪਣੀ ਮਦਰ ਦੀ ਹਰ ਇੱਕ ਗੱਲ ਮੰਨਦਾ ਸੀ। ਤੇ ਹੁਣ ਉਹ ਕੀ ਚਾਹੁੰਦਾ ਹੈ ਕਿ ਜੋ ਮੰਮੀ ਕਹਿੰਦੀ ਹੈ ਜਾਂ ਪਾਪਾ ਕਹਿੰਦੇ ਹਨ ਉਹ ਬਿਲਕੁਲ ਠੀਕ ਹੁੰਦਾ ਹੈ ਤੇ ਬੱਚਿਆਂ ਨੂੰ ਉਹ ਮੰਨਣਾ ਚਾਹੀਦਾ ਹੈ। ਤੇ ਇਸੇ ਇੱਕ ਮਿਡਲ ਪੋਜੀਸ਼ਨ ਦੇ ਵਿੱਚ ਉਹ ਫਸਿਆ ਹੋਇਆ ਹੈ। ਹੁਣ ਇਹ ਕੀ ਹੈ ਵੀ ਮੰਮੀ ਕਦੇ ਵੀ ਉਹ ਕੀ ਹੈ ਸੋਚਦਾ, ਗਲਤ ਨਹੀਂ ਸੋਚ ਸਕਦੀ। ਤੇ ਰੋਜਰ ਸਕੰਕ ਦੀ ਮੰਮੀ ਨੇ ਜੋ ਉਹ ਇਹ ਕੀ ਜੋ ਹੈ ਉਹ ਕੀ ਚਾਹੁੰਦੀ ਹੈ ਕਿ ਰੋਜਰ ਸਕੰਕ ਦੀ ਮੰਮੀ ਦੇ ਸਿਰ ਵਿੱਚ ਕੀ ਹੈ ਅੰਬਰੇਲਾ ਪਵੇ, ਤੇ ਦੋਵਾਂ ਦੇ ਪੁਆਇੰਟ ਆਫ ਵਿਊ ਦੇ ਵਿੱਚ ਕੀ ਹਨ, ਇਹ ਦੋਵੇਂ ਅਲੱਗ-ਅਲੱਗ ਹਨ, ਡਿਫਰੈਂਸ ਹੈ। ਪਰ ਜੈਕ ਹੁਣ ਕੀ ਹੈ ਮਜਬੂਰ ਹੋ ਗਿਆ ਸੀ ਉਸ ਅਨੁਸਾਰ ਸੋਚਣ ਲਈ, ਆਪਣੀ ਬੇਟੀ ਦੇ ਅਨੁਸਾਰ ਸੋਚਣ ਦੇ ਲਈ ਉਹ ਮਜਬੂਰ ਹੋ ਗਿਆ ਸੀ। ਹੁਣ ਉਹ ਕੀ ਹੈ ਇੱਕ ਵਿਚਕਾਰਲੀ ਪੋਜੀਸ਼ਨ ਵਿੱਚ ਫਸ ਗਿਆ ਸੀ। ਨਾ ਤਾਂ ਉਹ ਆਪਣੀ ਬੇਟੀ ਨੂੰ ਇਨਕਾਰ ਕਰ ਸਕਦਾ ਸੀ ਉਸ ਦੀ ਗੱਲ ਤੋਂ, ਕਿਉਂਕਿ ਉਹ ਕੀ ਹੈ ਬਹੁਤ ਛੋਟੀ ਸੀ, ਅਤੇ ਨਾ ਹੀ ਉਹ ਕੀ ਹੈ ਆਪਣੀ ਪੁਰਾਣੀ ਸੋਚ ਵੀ ਨਹੀਂ ਛੱਡ ਸਕਦਾ ਸੀ ਕਿ ਮਦਰਸ ਹਮੇਸ਼ਾ ਠੀਕ ਹੁੰਦੀਆਂ ਹਨ, ਪੇਰੈਂਟਸ ਹਮੇਸ਼ਾ ਕੀ ਹੁੰਦੇ ਆ, ਠੀਕ ਹੁੰਦੇ ਆ। ਤੇ ਦੂਸਰੀ ਜਿਹੜੀ ਆਪਾਂ ਗੱਲ ਕਰੀਏ, ਇੱਕ ਲੰਮੀ ਕਹਾਣੀ, ਉਸਨੇ ਕਾਫੀ ਲੰਮੀ ਕਹਾਣੀ ਆਪਣੀ ਬੇਟੀ ਨੂੰ ਸੁਣਾਈ ਸੀ ਤੇ ਉਹ ਵੀ ਇੱਕ ਯੂਜ਼ਲੈਸ ਹੀ ਰਹੀ ਸੀ, ਕਿਉਂਕਿ ਉਸਨੇ ਉਸਦੀ ਕੀ ਹੈ ਵੀ ਪਤਨੀ ਦੀ ਸਹਾਇਤਾ ਵੀ ਨਾ ਕਰ ਸਕਿਆ। ਕਾਫੀ ਟਾਈਮ ਉਹ ਆਪਣੀ ਬੇਟੀ ਨੂੰ ਸਮਝਾਉਂਦਾ ਰਿਹਾ ਤੇ ਐਂਡਿੰਗ ਵਿੱਚ ਕੀ ਹੈ ਉਸਦੀ ਬੇਟੀ ਉਸਦੇ ਨਾਲ ਹੀ ਭਿੜ ਜਾਂਦੀ ਹੈ, ਉਸਦੀ ਗੱਲ ਨਹੀਂ ਸਮਝ ਰਹੀ ਉਹ, ਤੇ ਉਹ ਕੀ ਹੈ ਇਸ ਤਰ੍ਹਾਂ ਕਾਫੀ ਪਰੇਸ਼ਾਨ ਹੈ। ਆਪਣੀ ਪੁਰਾਣੀ ਸੋਚ ਵੀ ਉਹ ਨਹੀਂ ਛੱਡ ਸਕਦਾ ਤੇ ਨਵੀਂ ਇੱਕ ਆਪਣੀ ਬੇਟੀ ਦੇ ਅਨੁਸਾਰ ਵੀ ਉਸਨੂੰ ਚੱਲਣਾ ਪੈ ਰਿਹਾ ਹੈ। ਇਸ ਤਰ੍ਹਾਂ ਇੱਕ ਅਗਲੀ ਮਿਡਲ ਪੋਜੀਸ਼ਨ ਦੇ ਵਿੱਚ ਉਹ ਫਸਿਆ ਹੋਇਆ ਹੈ। ਨਾ ਬੇਟੀ ਨੂੰ ਉਹ ਸੁਲਾ ਪਾਇਆ ਤੇ ਨਾ ਹੀ ਕੀ ਹੈ ਉਸਨੂੰ ਕਨਵਿੰਸ ਕਰ ਸਕਿਆ, ਤੇ ਨਾ ਹੀ ਉਹ ਇੱਕ ਫੇਥਫੁਲ ਫਾਦਰ, ਇੱਕ ਕੀ ਹੈ ਫਾਦਰ ਦੇ ਤੌਰ ਤੇ ਵੀ ਉਹ ਫੇਲ ਰਿਹਾ ਤੇ ਇੱਕ ਚੰਗੇ ਹਸਬੈਂਡ ਦੇ ਤੌਰ ਤੇ ਵੀ ਫੇਲ ਰਿਹਾ, ਕਿਉਂਕਿ ਉਹ ਆਪਣੀ ਪਤਨੀ ਦੀ ਵੀ ਸਹਾਇਤਾ ਨਹੀਂ ਕਰ ਸਕਿਆ। ਇਸ ਤਰ੍ਹਾਂ ਕੀ ਆ ਉਹ ਇੱਕ ਅਗਲੀ ਮਿਡਲ ਪੋਜੀਸ਼ਨ ਦੇ ਵਿੱਚ ਫਸ ਜਾਂਦਾ ਹੈ। ਆਪਣੀ ਪੁਰਾਣੀ ਸੋਚ ਨੂੰ ਵੀ ਨਹੀਂ ਛੱਡ ਸਕਦਾ, ਕਿਉਂਕਿ ਉਸਦੀ ਮਦਰ ਤੋਂ ਉਸਨੂੰ ਇਸ ਤਰ੍ਹਾਂ ਦੇ ਵਿਚਾਰ ਮਿਲੇ ਸਨ ਕਿ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਹੈ। ਪਰ ਹੁਣ ਕੀ ਹੈ ਉਸਦੀ ਬੇਟੀ ਦੇ ਨਾਲ ਹੀ ਉਸਦੇ ਵਿਚਾਰ ਨਹੀਂ ਮਿਲ ਰਹੇ ਹਨ, ਤੇ ਉਸਦੀ ਵਾਈਫ ਹੈ ਜੋ, ਉਹ ਵੀ ਕੀ ਹੈ ਇੱਕ ਨਵੇਂ ਵਿਚਾਰਾਂ ਦੀ ਹੈ। Okay students, I hope you have understood this lesson and my Punjabi explanation. If you liked it, please subscribe my channel and press the like button. Thanks.